ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨ ਬੂੜਤੇ ਅਧਿਕਾਈ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨਾ ਬੂੜਤੇ ਅਧਿਕਾਈ। ਰਹਾਉ ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ। ਇਨ ਮੈਂ ਕਛ ਨਾਹਿ ਤੇਰੋ ਕਾਲ ਅਵਧ ਆਈ। ਅਜਾਮਲ ਗਜ ਗਨਕਾ ਪਤਿਤ ਕਰਮ ਕੀਨੇ। ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ। ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ। ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ। ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ। ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਮੁਜੱਸਮੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਵਡਭਾਗਿਓ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਵਿੱਚ PTC ਰਾਹੀਂ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰਨ ਵਾਸਤੇ ਜੁੜ ਬੈਠੇ ਹੋ। ਭਗਤ ਕਬੀਰ ਸਾਹਿਬ ਜੀ ਦੇ ਕੋਲ ਇੱਕ ਆਦਮੀ ਆਇਆ। ਆ ਕਰਕੇ ਉਹ ਸੰਸਾਰਕ
ਗੱਲਾਂ ਕਰਨ ਲੱਗਾ। ਕਹਿੰਦਾ ਭਗਤ ਜੀ ਮੇਰੀ ਘਰਵਾਲੀ ਬਹੁਤ ਚੰਗੀ ਹੈ, ਮੇਰੇ ਪੁੱਤਰ ਬੜੇ ਆਗਿਆਕਾਰ ਨੇ, ਮੇਰਾ ਸਰੀਰ ਵੀ ਸਵਸਥ ਹੈ, ਤੰਦਰੁਸਤ ਹੈ, ਮੇਰੇ ਕੋਲ ਘਰ ਵੀ ਚੰਗਾ ਹੈ ਤੇ ਮੈਂ ਬੜਾ ਸੁਖੀ ਹਾਂ ਭਗਤ ਜੀ। ਭਗਤ ਜੀ ਨੇ ਪੁੱਛਿਆ, ਕਹਿਣ ਲੱਗੇ ਭਲਿਆ ਕਦੇ ਪਰਮੇਸ਼ਰ ਦਾ ਨਾਮ ਵੀ ਜਪਿਆ ਕਿ ਨਹੀਂ? ਫਿਰ ਉਹ ਚੁੱਪ ਕਰ ਗਿਆ। ਕਹਿਣ ਲੱਗਾ ਜੀ ਨਹੀਂ, ਕਦੇ ਜਪਿਆ ਨਹੀਂ। ਭਗਤ ਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਇਹ ਜਿਹੜੀਆਂ ਵਸਤੂਆਂ ਤੂੰ ਗਿਣ ਕੇ ਦੱਸੀਆਂ ਨੇ ਨਾ, ਜਿਨ੍ਹਾਂ ਨੂੰ ਤੂੰ ਸੁਖਦਾਈ ਮੰਨਦਾ ਹੈ, ਇਹ ਦੁਖਦਾਇਕ ਹਨ। ਫਿਰ ਬੇਨਤੀ ਕੀਤੀ ਜੀ ਮੈਨੂੰ ਕੀ ਕਰਨਾ ਚਾਹੀਦਾ ਹੈ? ਤਾਂ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਉਸ ਪ੍ਰਾਣੀ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਰਾਗ ਧਨਾਸਰੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਦਾ ਇਹ 5ਵਾਂ ਸ਼ਬਦ ਹੈ। ਸੰਗਤ ਜੀ ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਭਗਤ ਕਬੀਰ ਸਾਹਿਬ ਜੀ ਨੇ ਇਹ ਜੋ ਪਾਵਨ ਸ਼ਬਦ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 692 ਤੇ ਸੁਭਾਇਮਾਨ। ਭਗਤ ਜੀ ਕਹਿਣ ਲੱਗੇ ਐ ਭਲੇ ਪੁਰਖਾ, ਤੂੰ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਰਮੇ ਹੋਏ ਰਾਮ ਵਾਹਿਗੁਰੂ ਨੂੰ ਚੇਤੇ ਕਰ। ਜੋ ਰਾਮ ਰਮਿਆ ਹੋਇਆ ਪਰਮੇਸ਼ਰ ਸਿਮਰਨੇ ਯੋਗ ਹੈ, ਉਸ ਵਾਹਿਗੁਰੂ ਨੂੰ ਚੇਤੇ ਕਰ, ਉਹਨੂੰ ਸਿਮਰਨਾ ਕਰ। ਸਿਮਰਨ ਤੋਂ ਭਾਵ ਹੁੰਦਾ ਯਾਦ ਕਰਨਾ। ਸੰਗਤ ਜੀ ਵਿਦਵਾਨ ਇਹ ਗੱਲ ਕਹਿੰਦੇ ਨੇ ਕਿ ਬੰਦਾ ਸਿਮਰਨ ਤਾਂ ਕਰਦਾ ਹੈ ਪਰ ਵਾਹਿਗੁਰੂ ਦਾ ਨਹੀਂ, ਆਪਣੇ ਪਰਿਵਾਰ ਦਾ ਕਰਦਾ ਹੈ। ਕਦੇ ਬੱਚਿਆਂ ਨੂੰ ਯਾਦ ਕਰਦਾ ਹੈ, ਕਦੇ ਘਰਵਾਲੀ ਨੂੰ ਯਾਦ ਕਰਦਾ ਹੈ, ਕਦੇ ਧਨ ਪਦਾਰਥ ਨੂੰ ਚੇਤੇ ਕਰਦਾ ਹੈ। ਸਿਮਰਨ ਦਾ ਅਰਥ ਹੀ ਯਾਦ ਕਰਨਾ, ਵਾਹਿਗੁਰੂ ਨੂੰ ਚੇਤੇ ਕਰਨਾ। ਜੋ ਪ੍ਰਮਾਤਮਾ ਸਿਮਰਨ ਯੋਗ ਹੈ, ਸਾਰੇ ਰਮਿਆ ਹੋਇਆ ਹੈ,
ਜਲਾਂ ਵਿੱਚ ਵੀ ਹੈ, ਤਲਾਂ ਵਿੱਚ ਵੀ ਹੈ, ਧਰਤੀ ਤੇ ਵੀ ਹੈ, ਆਕਾਸ਼ ਤੇ ਵੀ ਹੈ, ਹਰੇਕ ਜੀਵ ਦੇ ਅੰਦਰ ਹੈ। ਭਗਤ ਜੀ ਕਹਿੰਦੇ ਨੇ, ਹੇ ਭਾਈ, ਉਸ ਪਰਮਾਤਮਾ ਨੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਯਾਦ ਕਰਨਾ ਕਰ। RAM ਨਾਮ ਸਿਮਰਨ ਬਿਨਾ। ਭਗਤ ਜੀ ਕਹਿੰਦੇ ਨੇ, ਵੇਖ, ਰਮੇ ਹੋਏ ਰਾਮ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਗੈਰ, ਉਹਦੀ ਯਾਦ ਤੋਂ ਬਿਨਾ, ਬੂੜਤੇ ਅਧਕਾਈ। ਅਧਕਾਈ, ਅਧਕ ਤੋਂ ਅਧਕ, ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਗਿਣਦੇ ਸੀ, ਭਗਤ ਜੀ ਕਹਿੰਦੇ ਨੇ ਸਿਮਰਨ ਤੋਂ ਬਗੈਰ ਉਹ ਵੀ ਸੰਸਾਰ ਸਮੁੰਦਰ ਵਿੱਚ ਬੂੜ ਤੇ ਡੁੱਬ ਗਏ ਹਨ। ਸਿਮਰਨ ਤੋਂ ਬਗੈਰ ਪਾਰ ਉਤਾਰਾ ਨਹੀਂ। ਇਸੇ ਕਰਕੇ ਹੀ ਆਪਾਂ ਵੀ ਦੋਹਰਾ ਕਈ ਵਾਰ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨਹਾਰ। ਸੰਗਤ ਜੀ, ਵਾਹਿਗੁਰੂ ਨਾਮ ਰੂਪੀ ਜਹਾਜ ਹੈ, ਤੇ ਜਿਹੜੇ ਭਾਵਨਾ ਕਰਕੇ ਸਿਮਰਨ ਕਰਦੇ ਨੇ, ਵਾਹਿਗੁਰੂ ਸ਼ਬਦ ਨੂੰ ਵਾਰ-ਵਾਰ ਚੇਤੇ ਕਰਦੇ ਨੇ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਗੁਰੂ ਇਸ ਜਹਾਜ਼ ਦਾ ਪਾਇਲਟ ਹੈ। ਵਾਹਿਗੁਰੂ ਨਾਮ ਜਹਾਜ਼ ਹੈ ਤੇ ਗੁਰੂ ਇਹਦਾ ਪਾਇਲਟ ਹੈ। ਗੁਰੂ ਕਿਰਪਾ ਕਰਕੇ ਸੰਗਤ ਜੀ, ਇਸ ਜਹਾਜ਼ ਦੇ ਉੱਤੇ ਚੜ੍ਹੇ ਹੋਏ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਪਰ ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ, ਵਾਹਿਗੁਰੂ ਨੂੰ ਚੇਤੇ ਨਹੀਂ ਕੀਤਾ, ਸੰਗਤ ਜੀ, ਫਿਰ ਉਹ ਸੰਸਾਰ ਸਮੁੰਦਰ ਦੇ ਵਿੱਚ ਹੀ ਡੁੱਬ ਜਾਂਦੇ ਨੇ, ਗੋਤੇ ਖਾਂਦੇ ਨੇ। ਇਸੇ ਕਰਕੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ, ਰਾਮ ਸਿਮਰ, ਰਾਮ ਸਿਮਰ, ਇਹ ਤੇਰੇ ਕਾਜ ਹੈ। ਭਾਈ, ਰਮੇ ਹੋਏ ਰਾਮ ਪਰਮੇਸ਼ਰ ਨੂੰ ਚੇਤੇ ਕਰ, ਉਸ ਅਕਾਲ ਪੁਰਖ ਨੂੰ ਚੇਤੇ ਕਰ। ਅਸਲੀ ਤੇਰਾ ਕੰਮ ਇਹ ਹੈ, ਜਿਹੜੇ ਦੁਨਿਆਵੀ ਧੰਦਿਆਂ ਦੇ ਵਿੱਚ ਗ੍ਰਸਤ ਹੋ ਕੇ ਤੂੰ ਇਹ ਗੱਲ ਕਹਿਣਾ ਨਾ ਵੀ ਮੇਰੇ ਕੋਲ ਟਾਈਮ ਹੀ ਹੈ ਨਹੀਂ ਗਾ, ਇਹ ਧੰਦੇ ਅੱਜ ਤੱਕ ਕਿਸੇ ਨੇ ਪੂਰੇ ਨਹੀਂ ਕੀਤੇ। ਕਿਸੇ ਕਵੀ ਨੇ ਜ਼ਿਕਰ ਕੀਤਾ ਹੈ, ਧੰਦਾ ਕਿਸੇ ਨਾ ਸਾਧਿਆ, ਸਭ ਧੰਦੇ ਸਾਧੇ। ਸੰਗਤ ਜੀ, ਕੋਈ ਵੀ ਮਨੁੱਖ ਆਪਣੀ ਜ਼ਿੰਦਗੀ ਵਿੱਚ ਸਾਰੇ ਕਾਰੋਬਾਰ ਪੂਰੇ ਕਰਕੇ ਨਹੀਂ ਜਾਂਦਾ, ਪਰ ਉਹਨਾਂ ਧੰਦਿਆਂ ਨੇ ਇਸ ਜੀਵ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਇਹ ਜੀਵ ਧੰਦੇ ਕਰਦਾ ਕਰਦਾ ਹੀ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਗਿਆ। ਇਹਦਾ ਪਾਰ ਉਤਾਰਾ ਨਹੀਂ ਹੋਇਆ, ਕਿਉਂਕਿ ਇਹਨੇ ਨਾਮ ਰੂਪੀ ਜਹਾਜ਼ ਦੇ ਉੱਤੇ ਚੜ੍ਹਦਾ ਨਹੀਂ ਕੀਤਾ। ਤੇ ਜਿੰਨਾ ਚਿਰ ਕੋਈ ਜਹਾਜ਼ ਤੇ ਨਹੀਂ ਸਵਾਰ ਹੁੰਦਾ, ਉਹਨਾਂ ਚਿਰ ਉਹ ਸਮੁੰਦਰ ਤੋਂ ਵੀ ਪਾਰ ਨਹੀਂ ਹੋ ਸਕਦਾ। ਸੰਗਤ ਜੀ, ਸਤਿਗੁਰੂ ਜੀ ਨੇ ਇਸੇ ਕਰਕੇ ਜ਼ਿਕਰ ਕੀਤਾ ਹੈ ਕਿ ਭਾਈ, ਰਮੇ ਹੋਏ ਰਾਮ ਪਰਮੇਸ਼ਰ ਦੇ ਨਾਮ ਦਾ ਤੁਲਹਾ
ਨਾਮ ਦਾ ਜਹਾਜ਼ ਲੈਣਾ ਕਰ, ਜਹਾਜ਼ ਦੇ ਉੱਤੇ ਸਵਾਰ ਹੋ, ਤਾਂ ਹੀ ਤੇਰਾ ਪਾਰ ਉਤਾਰਾ ਹੋਵੇਗਾ। ਨਹੀਂ ਤੇ ਅਧਿਕ ਤੋਂ ਅਧਿਕ ਬਹੁਤੀ ਸਮੱਗਰੀ ਵਾਲੇ, ਜਿਨ੍ਹਾਂ ਦੇ ਕੋਲ ਬੜਾ ਵੱਡਾ ਰਾਜ ਭਾਗ ਔਰ ਬਹੁਤ ਹੀ ਲੋਕ ਆਗਿਆਕਾਰੀ, ਉਹ ਇਸ ਸੰਸਾਰ ਸਮੁੰਦਰ ਵਿੱਚ ਭਾਈ ਡੁੱਬ ਗਏ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਨੇ, ਬਨਤਾ ਸੁਤ ਦੇਹ ਗ੍ਰੇਹ। ਭਗਤ ਜੀ ਕਹਿੰਦੇ ਨੇ, ਐ ਪੁਰਖਾ ਵੇਖ, ਜਿਹੜੀਆਂ ਵਸਤੂਆਂ ਦੀ ਤੂੰ ਗਿਣਤੀ ਕਰਕੇ ਦੱਸੀ ਸੀ ਨਾ, ਵੀ ਮੇਰੀ ਘਰਵਾਲੀ ਬਹੁਤ ਚੰਗੀ ਹੈ, ਚਾਹੀਦੀ ਵੀ ਚੰਗੀ ਹੈ। ਭਗਤ ਧੰਨਾ ਜੀ ਨੇ ਵੀ ਰੱਬ ਦੇ ਕੋਲੋਂ ਇਹੋ ਹੀ ਮੰਗਿਆ ਸੀ, ਘਰ ਕੀ ਗੀਹਣ ਚੰਗੀ। ਮਹਾਰਾਜ ਜੇ ਤਰੁੱਟੇ ਹੋਣਾ ਤੇ ਘਰ ਵਾਲੀ ਚੰਗੇ ਗੁਣਾਂ ਵਾਲੀ ਬਖਸ਼ਿਸ਼ ਕਰਿਓ। ਸੰਗਤ ਜੀ, ਰੂਪ ਰੰਗ ਕਰਕੇ ਕੋਈ ਚੰਗਾ ਨਹੀਂ ਹੁੰਦਾ, ਗੁਣਾ ਕਰਕੇ ਹੀ ਕੋਈ ਚੰਗਾ ਹੁੰਦਾ ਹੈ। ਜਿਹਦੇ ਕੋਲ ਚੰਗੇ ਗੁਣ ਹੋਣ ਉਹਨੂੰ ਚੰਗਾ ਗਿਣਿਆ ਜਾਂਦਾ ਹੈ। ਤੇ ਭਗਤ ਜੀ ਕਹਿੰਦੇ ਨੇ, ਭਾਈ ਬਣਤਾ ਔਰਤ ਇਸੇ ਤਰ੍ਹਾਂ ਹੀ ਸੁੱਤ ਸਪੁੱਤਰ ਅਤੇ ਇਹ ਜਿਹੜੀ ਦੇਹ ਤੂੰ ਕਹਿ ਰਿਹਾ ਸਾ ਵੀ ਇਹ ਦੇਹ ਮੇਰੀ ਬੜੀ ਸਵਸਥ ਹੈ, ਅਰੋਗ ਹੈ, ਕੋਈ ਰੋਗ ਨਹੀਂ, ਅਤੇ ਮੇਰੇ ਕੋਲ ਚੰਗਾ ਘਰ-ਬਾਰ, ਸੰਪਤ ਸੁਖਦਾਈ। ਮੇਰੇ ਕੋਲ ਬਹੁਤ ਜਾਰੀ ਸੰਪਤੀ ਹੈ, ਹਾਥੀ ਘੋੜੇ ਊਠ ਜ਼ਮੀਨ ਜਾਇਦਾਦ ਮੇਰੇ ਕੋਲ ਬਹੁਤ ਹੈ, ਜਿਨ੍ਹਾਂ ਨੂੰ ਤੂੰ ਭਾਈ ਸੁਖਦਾਈ ਸੁਖਦਾਇਕ ਮੰਨੀ ਬੈਠਾ। ਇਨ ਮੈਂ ਕਛ ਨਾਹੇ ਤੇਰੂ। ਭਗਤ ਜੀ ਕਹਿੰਦੇ ਨੇ, ਯਾਦ ਰੱਖੀ, ਜਦੋਂ ਤੂੰ ਮਾਤ ਲੋਕ ਤੋਂ ਜਾਣਾ ਹੈ ਨਾ, ਉਦੋਂ ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ ਹੋਵੇਗਾ, ਨਾ ਔਰਤ, ਨਾ ਪੁੱਤਰ, ਨਾ ਤੇਰਾ ਸਰੀਰ, ਤੇ ਨਾ ਹੀ ਤੇਰਾ ਘਰ। ਇਹਨਾਂ ਨੇ ਅੰਤ ਸਮੇਂ ਤੇਰਾ ਸਾਥ ਨਹੀਂ ਦੇਣਾ, ਇਹਨਾਂ ਨੇ ਤੇਰੀ ਬਾਹ ਨਹੀਂ ਫੜਨੀ। ਕਾਲ ਅਬੁਧ ਆਈ। ਜਦੋਂ ਕਾਲ ਦੀ ਅਵਧੀ ਆ ਗਈ, ਭਾਵ ਕਾਲ ਦਾ ਸਮਾਂ ਆ ਗਿਆ, ਜਦੋਂ ਮੌਤ ਦਾ ਟਾਈਮ ਆ ਗਿਆ, ਉਦੋਂ ਇਹਨਾਂ ਨੇ ਤੇਰੇ ਲਾਗੇ ਨਹੀਂ ਲੱਗਣਾ। ਜਿਨ੍ਹਾਂ ਨੂੰ ਤੂੰ ਹੱਸ-ਹੱਸ ਕੇ ਕਹਿਣਾ ਨਾ, ਜੀ ਇਹ ਮੇਰੀ ਘਰਵਾਲੀ ਹੈ, ਇਹ ਮੇਰੇ ਬੇਟੇ ਨੇ, ਔਰ ਮੇਰਾ ਸਰੀਰ ਵੀ ਬੜਾ ਸੁੰਦਰ ਹੈ, ਮੇਰਾ ਘਰ ਵੀ ਬੜਾ ਸੁੰਦਰ ਹੈ। ਭਗਤ ਜੀ ਕਹਿੰਦੇ ਨੇ, ਵੇਖ, ਜਦੋਂ ਅੰਤ ਸਮਾਂ ਆ ਗਿਆ ਨਾ, ਤੇ ਫਿਰ ਇਹਨਾਂ ਨੇ ਛੱਡ ਖੜੋਤਾ ਹੈ ਕਿ ਨਾ ਮਾਹੇ ਜਿਨ ਸਿਓ ਲੱਗਾ ਹੇਤ। ਜਿਨ੍ਹਾਂ ਨਾਲ ਤੂੰ ਹੇਤ ਕਰਦਾ ਹੈ, ਪ੍ਰੇਮ ਕਰਦਾ ਹੈ ਮਿੱਤਰਾ, ਇਹਨਾਂ ਨੇ ਛੱਡ ਕੇ ਇੱਕ ਕਿਣ ਵਿੱਚ ਪਾਸੇ ਹੋ ਜਾਣਾ। ਜਿਹੜੇ ਸਾਰੀ ਉਮਰ ਤੇਰੇ ਨਾਲ ਪਿਆਰ ਕਰਦੇ ਰਹੇ ਤੇ ਤੂੰ ਇਹਨਾਂ ਨਾਲ ਪਿਆਰ ਕਰਦਾ ਰਿਹੋ, ਇਹਨਾਂ ਨੇ ਇੱਕ ਖਿੜ ਵਿੱਚ ਹੀ ਇਹ ਗੱਲ ਕਹਿਣੀ ਆ ਵੀ ਇਹ ਤਾਂ ਭੂਤ ਹੈ। ਸੰਗਤ ਜੀ, ਉਹਨਾਂ ਨੇ ਫਿਰ ਪਰਿਵਾਰ ਨੇ ਇਹ ਗੱਲ ਕਹਿਣੀ, ਇਹ ਤਾਂ ਪ੍ਰੇਤ ਹੈ, ਅਪਵਿੱਤਰ ਹੋ ਗਿਆ, ਹੁਣ ਇਹਨੂੰ ਹੱਥ ਨਾ ਲਾਓ। ਫਿਰ ਤਾਂ ਕਾਢੋ ਕਾਢੋ ਹੋਈ ਵੀ ਛੇਤੀ ਕਰੋ ਛੇਤੀ ਕਰੋ, ਹੁਣ ਇਹਨੂੰ ਲੈ ਚੱਲੋ। ਮੁਰਦਾ ਬਹੁਤਾ ਚਿਰ ਘਰ ਨਹੀਂ ਰੱਖੀਦਾ। ਸੰਗਤ ਜੀ, ਜੇ ਇਹ ਸਰੀਰ ਦੀ ਕੀਮਤ ਹੈ ਨਾ, ਤੇ ਉਹ ਪ੍ਰਾਣਾ ਕਰਕੇ ਹੈ। ਜਿੰਨਾ ਚਿਰ ਸਰੀਰ ਵਿੱਚ ਪ੍ਰਾਣ ਨੇ,
ਉਹਨਾਂ ਚਿਰ ਹੀ ਇਹ ਸਰੀਰ ਜਿਹੜਾ ਨਾ ਜੀ ਉਹ ਚੰਗਾ ਲੱਗਦਾ ਹੈ। ਭਾਵੇਂ ਘਰ ਦਾ ਪਰਿਵਾਰ ਹੋਵੇ, ਭਾਵੇਂ ਰਿਸ਼ਤੇਦਾਰ ਸੱਜਣ ਮਿੱਤਰ ਹੋਣ, ਉਹਨਾਂ ਚਿਰ ਸਾਰੇ ਹੀ ਇਸ ਸਰੀਰ ਨੂੰ ਪਿਆਰ ਕਰਦੇ ਨੇ। ਪਰ ਜਦੋਂ ਪ੍ਰਾਣ ਨਿਕਲ ਜਾਂਦੇ ਨੇ, ਸਵਾਸ ਨਿਕਲ ਜਾਂਦੇ ਨੇ ਸਰੀਰ ਵਿੱਚੋਂ, ਤੇ ਫਿਰ ਕੋਈ ਇਹਨੂੰ ਹੱਥ ਨਹੀਂ ਲਾਉਂਦਾ। ਫਿਰ ਤਾਂ ਛੱਡ ਖੜੋਤੇ ਕਿਹਨੇ ਮਾਏ, ਕਿਹਨ ਵਿੱਚ ਹੀ ਛੱਡ ਕੇ ਪਾਸੇ ਹੋ ਜਾਂਦੇ ਨੇ। ਘਰ ਕੀ ਨਾਰ ਬਹੁਤ ਹਿਤ ਜਾਸਿਉ, ਸਦਾ ਰਹਿਤ ਸੰਗ ਲਾਗੀ, ਜਾਵੇ ਹੀ ਅੰਸ ਤਜੀ ਏਕ ਆਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਹ ਔਰਤ ਜਿਹੜੀ ਬੰਦੇ ਦੀ ਸੇਵਾ ਵਿੱਚ ਲੱਗੀ ਰਹਿੰਦੀ ਸੀ, ਜਦੋਂ ਬੰਦੇ ਨੇ ਸਰੀਰ ਤਿਆਗ ਦਿੱਤਾ ਤੇ ਸੰਗਤ ਜੀ ਉਹ ਪ੍ਰੇਤ ਪ੍ਰੇਤ ਕਰਕੇ ਦੌੜਦੀ ਹੈ ਵੀ ਇਹ ਅਪਵਿੱਤਰ ਹੈ, ਅਪਵਿੱਤਰ ਹੈ। ਭਗਤ ਜੀ ਕਹਿੰਦੇ ਨੇ, ਮਿੱਤਰਾ, ਨਾ ਤਾਂ ਘਰ ਵਾਲੀ ਨੇ ਅੰਤ ਸਮੇਂ ਸਾਥ ਦੇਣਾ ਤੇਰਾ, ਨਾ ਪੁੱਤਰਾ ਨਹੀਂ, ਤੇ ਇਹ ਜਿਹੜੀ ਦੇਹ ਹੈ ਨਾ, ਇਹ ਜਲੇ ਕਾਟ ਕੈ ਸੰਗਾ, ਇਹ ਲੱਕੜਾਂ ਦੇ ਢੇਰ ਦੇ ਨਾਲ ਸੜ ਜਾਣੀ ਹੈ, ਇਹ ਵੀ ਤੇਰੇ ਨਾਲ ਨਹੀਂ ਜਾਣੀ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਜਿਹੜਾ ਸਰੀਰ ਤੇਰੇ ਨਾਲ ਪੈਦਾ ਹੋਇਆ ਸੀ, ਤੇ ਅੰਤ ਨੂੰ ਜਦੋਂ ਤੂੰ ਜਾਣਾ ਹੈ ਨਾ, ਉਦੋਂ ਸਰੀਰ ਤੇਰੇ ਨਾਲ ਨਹੀਂ ਹੋਵੇਗਾ। ਇਹ ਤਾਂ ਲੱਕੜਾਂ ਦੇ ਢੇਰ ਵਿੱਚ ਜਲ ਕੇ ਸੁਆਹ ਹੋ ਜਾਵੇਗਾ। ਇਸ ਕਰਕੇ ਭਗਤ ਜੀ ਕਹਿੰਦੇ, ਭਾਈ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਇਹੀ ਅਸਲ ਦੇ ਵਿੱਚ ਤੇਰਾ ਕੰਮ ਹੈ। ਆਇਓ ਸੁਣਨ ਪੜਨ ਕਉ ਬਾਣੀ, ਮਾਤ ਲੋਕ ਵਿੱਚ ਸਾਡੇ ਆਉਣ ਦਾ ਸਭ ਤੋਂ ਵੱਡਾ ਜਿਹੜਾ ਕੰਮ ਹੈ ਨਾ ਜੀ, ਉਹ ਇਹ ਆ ਗੁਰੂ ਕੀ ਬਾਣੀ ਪੜਨ ਵਾਸਤੇ, ਸੁਣਨ ਵਾਸਤੇ ਆਪਾਂ ਆਏ ਹਾਂ। ਪਰ ਇੱਥੇ ਆਣ ਕੇ ਹੋਰ ਹੀ ਹੋਰ ਲਾਲਚਾਂ ਵਿੱਚ ਲੱਗ ਕੇ ਨਾਮ ਨੂੰ ਵਿਸਾਰ ਬੈਠੇ ਹਾਂ, ਭੁਲਾ ਬੈਠੇ ਹਾਂ। ਤੇ ਭਗਤ ਜੀ ਚੇਤਾ ਕਰਾਉਂਦੇ ਨੇ, ਭਾਈ ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਵਾਹਿਗੁਰੂ ਦਾ ਸਿਮਰਨ ਕਰ। ਜਿਨ੍ਹਾਂ ਨੂੰ ਤੂੰ ਆਪਣੇ ਮੰਨੀ ਬੈਠਾ ਹੈ ਨਾ, ਇਹਨਾਂ ਵਿੱਚੋਂ ਅੰਤ ਸਮੇਂ ਤੇਰਾ ਕਿਸੇ ਨੇ ਹੱਥ ਨਹੀਂ ਪਕੜਨਾ। ਜਨ ਪਿਸਰ ਪਦਰ ਬਿਰਾਦਰਾ, ਕਸ ਨੇਸ ਦਸ ਤੰਗੀਰ, ਆਕਰ ਬਿਆਫਤਮ ਕਸ ਨ ਦਾਰਦ, ਚੂੰ ਸਬਦ ਤਕਬੀਰ। ਜਦੋਂ ਜਮਾਂ ਨੇ ਤੈਨੂੰ ਫੜਿਆ ਤੇ ਬੱਕਰੇ ਦੇ ਕੋਣ ਵਰਗੀ ਤੇਰੀ ਹਾਲਤ ਕੀਤੀ, ਉਦੋਂ ਕਿਸੇ ਵੀ ਪਰਿਵਾਰ ਦੇ ਜੀਅ ਨੇ ਗਾਹ ਹੋ ਕੇ ਨਹੀਂ ਹੱਥ ਤੇਰਾ ਫੜਨਾ, ਕਿਸੇ ਨੇ ਤੇਰਾ ਹੱਥ ਨਹੀਂ ਪਕੜਨਾ ਵੀ ਇਹ ਸਾਡਾ ਜੀ, ਇਹਨੂੰ ਨਾ ਕਹੋ, ਇਹਨੂੰ ਛੱਡ ਜਾਓ। ਇਸ ਕਰਕੇ ਭਗਤ ਜੀ ਕਹਿੰਦੇ ਨੇ, ਕਾਲ ਅਵਧਿ ਆਈ, ਜਦੋਂ ਕਾਲ ਦੀ ਅਵਧੀ, ਕਾਲ ਦਾ ਸਮਾਂ ਆ ਗਿਆ, ਮੌਤ ਦਾ ਟਾਈਮ ਆ ਗਿਆ, ਭਾਈ ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ ਬਣੇਗਾ। ਅਜਾਮਲ ਗਜ ਗਨਕਾ। ਭਗਤ ਜੀ ਕੁਝ ਉਦਾਹਰਨਾਂ ਦਿੰਦੇ ਨੇ। ਅਜਾਮਲ ਗਜ ਗਣਕਾ। ਅਜਾਮਲ ਸੰਗਤ ਜੀ ਇੱਕ ਪੰਡਤ ਸੀ, ਵਿਦਵਾਨ ਸੀ, ਪਰ ਕੁਸੰਗਤ ਵਿੱਚ ਪੈਣ ਕਰਕੇ ਉਹ ਵੇਸਵਾਗਾਮੀ ਹੋ ਗਿਆ। ਉਹਦੇ ਘਰ 7 ਬੱਚਿਆਂ ਨੇ ਜਨਮ ਲਿਆ। ਜਦੋਂ 7ਵਾਂ ਬੱਚਾ ਉਹਦੇ ਘਰ ਪੈਦਾ ਹੋਇਆ ਤੇ ਉਹਨੇ ਵਿਚਾਰ ਕੀਤੀ ਵੀ ਇਹ ਬੱਚੇ ਦਾ ਨਾਮ ਮੈਂ ਆਪਣੇ ਗੁਰੂ, ਆਪਣੇ ਉਸਤਾਦ ਦੇ ਕੋਲੋਂ ਰਖਵਾਉਣਾ ਹੈ। ਜਦੋਂ ਆਪਣੇ ਗੁਰੂ ਆਪਦੇ ਉਸਤਾਦ ਕੋਲ ਗਿਆ, ਮਹਾਂਪੁਰਖਾਂ ਦੇ ਕੋਲ ਗਿਆ, ਜਾ ਕੇ ਬੇਨਤੀ ਕੀਤੀ, ਕਹਿਣ ਲੱਗਾ ਜੀ ਮੇਰੇ ਘਰ 7ਵਾਂ ਬੱਚਾ ਪੈਦਾ ਹੋਇਆ ਹੈ,
ਤੇ ਆਪ ਹੁਣ ਕਿਰਪਾ ਕਰੋ ਇਹਦਾ ਨਾਮ ਪ੍ਰਗਟ ਕਰੋ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਨਾਉ ਨਾਰਾਇਣ ਧਰਿਆ। ਉਹ ਸਤਿਪੁਰਖਾਂ ਨੇ ਉਹਦਾ ਨਾਮ ਨਾਰਾਇਣ ਰੱਖਿਆ। ਕਹਿਣ ਲੱਗੇ ਜੀ ਇਹਦਾ ਨਾਮ ਅਸੀਂ ਨਾਰਾਇਣ ਰੱਖਦੇ ਹਾਂ। ਸਾਰਿਆਂ ਤੋਂ ਛੋਟਾ ਹੋਣ ਕਰਕੇ ਅਜਾਮਲ ਦਾ ਉਹਦੇ ਨਾਲ ਬਹੁਤ ਪਿਆਰ ਪੈ ਗਿਆ। ਹਰੇਕ ਆਵਾਜ਼ ਦੇ ਨਾਲ ਉਹਨੂੰ ਆਵਾਜ਼ ਦੇਣੀ, ਨਾਰਾਇਣ ਬੇਟਾ ਆਹ ਕੰਮ ਕਰਕੇ ਆ, ਬੇਟਾ ਆਹ ਕੰਮ ਕਰਕੇ ਆ। ਸੰਗਤ ਜੀ ਜਦੋਂ ਅੰਤ ਸਮਾਂ ਆਇਆ, ਕਾਲੇ ਮੂੰਹ ਵਾਲੇ ਜਮਦੂਤਾਂ ਨੇ ਵਕਾਲੀ ਦਿੱਤੀ ਨਾ, ਤੇ ਅਜਾਮਲ ਡਰ ਗਿਆ ਤੇ ਡਰ ਕੇ ਹੁਣ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਹੈ, ਨਾਰਾਇਣ ਨਾਰਾਇਣ ਕਰਨ ਲੱਗ ਪਿਆ। ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਬਾਣੀ ਦੇ ਅੰਦਰ ਕਿ ਜਦੋਂ ਉਹਨੇ ਆਪਣੇ ਪੁੱਤਰ ਦਾ ਨਾਮ ਲੈ ਕੇ ਨਾਰਾਇਣ ਨਾਰਾਇਣ ਕਰਕੇ ਆਵਾਜ਼ਾਂ ਮਾਰੀਆਂ, ਤੇ ਜਿਹੜੇ ਜਮਦੂਤ ਸੀ ਨਾ ਜੀ ਉਹ ਛੱਡ ਗਏ। ਸਤਿਗੁਰਾਂ ਨੇ ਗੁਰਬਾਣੀ ਵਿੱਚ ਬਹੁਤ ਵਾਰ ਜ਼ਿਕਰ ਕੀਤਾ ਹੈ, ਵਾਹਿਗੁਰੂ ਦਾ ਨਾਮ ਸੁਣ ਕੇ ਜਮਦੂਤ ਜਿਹੜੇ ਨੇ ਨਾ ਉਹ ਛੱਡ ਜਾਂਦੇ ਨੇ। ਤੇ ਭਗਤ ਜੀ ਕਹਿੰਦੇ ਨੇ ਮਹਾਂਪੁਰਖ ਦੇ ਸੰਗ ਕਰਕੇ, ਨਾਰਾਇਣ ਨਾਲ ਪ੍ਰੀਤ ਹੋਣ ਕਰਕੇ ਅਜਾਮਲ ਜਿਹੜਾ ਬਹੁਤ ਹੀ ਪਤਿਤ ਕਰਮ ਕਰਦਾ ਸੀ, ਮਾੜੇ ਕਰਮ ਕਰਦਾ ਸੀ, ਪਾਪ ਕਰਮ ਕਰਦਾ ਸੀ, ਸੰਗਤ ਜੀ ਉਹ ਅਜਾਮਲ ਪਾਪੀ ਜਗ ਜਾਣੈ ਨਿਮਕ ਮਾਇ ਨਿਸਤਾਰਾ। ਅਜਾਮਲ ਪਾਪੀ ਨੂੰ, ਉਹਦੇ ਪਾਪ ਕਰਮਾਂ ਨੂੰ ਸਾਰੇ ਲੋਕ ਜਾਣਦੇ ਸਨ ਵੀ ਇਹ ਬੜਾ ਪਾਪੀ ਹੈ, ਬੜੇ ਮਾੜੇ ਕਰਮ ਕਰਦਾ ਹੈ। ਪਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਇੱਕ ਨਿਮਕ ਵਿੱਚ ਹੀ ਉਹਦਾ ਪਾਰ ਉਤਾਰਾ ਹੋ ਗਿਆ ਜਦੋਂ ਉਹਨੇ ਪੁੱਤਰ ਏਤ ਨਾਰਾਇਣ ਕਹਿਓ। ਆਪਣੇ ਪੁੱਤਰ ਵਾਸਤੇ ਨਾਰਾਇਣ ਸ਼ਬਦ ਪੁਕਾਰਿਆ, ਪੁੱਤਰ ਏਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ। ਸੰਗਤ ਜੀ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਇਹ ਜਮਦੂਤਾਂ ਨੂੰ ਇਉਂ ਵੱਜਦਾ ਹੈ ਜਿਵੇਂ ਕਿਸੇ ਨੂੰ ਆਪਾਂ ਲਾਠੀ ਮਾਰੀਏ ਨਾ, ਇਹ ਉਹਨਾਂ ਦੇ ਮਨ ਵਿੱਚ ਨਾਮ ਵੱਜਦਾ, ਇਸ ਕਰਕੇ ਉਹ ਛੱਡ ਕੇ ਦੌੜ ਜਾਂਦੇ ਨੇ। ਔਰ ਦੂਜੀ ਉਦਾਹਰਨ ਸੱਚੇ ਪਾਤਸ਼ਾਹ ਜੀ ਨੇ ਗੱਜ ਦੀ ਦਿੱਤੀ ਹੈ। ਗੱਜ ਕਹਿੰਦੇ ਨੇ ਹਾਥੀ ਨੂੰ। ਇਹਦੇ ਬਾਰੇ ਵੀ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ। ਹਾ ਹਾ ਤੇ ਹੂ ਹੂ, ਇਹ ਸੰਗਤ ਜੀ ਗੰਧਰਵ ਰਾਗੀ ਸਨ, ਰਾਗੀ, ਤੇ ਇਹ ਕਿਸੇ ਗੱਲੋਂ ਆਪਸ ਵਿੱਚ ਲੜ ਪਏ ਤੇ ਇਹਨਾਂ ਨੂੰ ਸਰਾਪ ਮਿਲਿਆ ਵੀ ਜਾਓ ਮਾਤ ਲੋਕ ਵਿੱਚ ਜਾ ਕੇ ਸਰੀਰ ਧਾਰਨ ਕਰੋ। ਇੱਕ ਨੂੰ ਸਰੀਰ ਹਾਥੀ ਦਾ ਮਿਲਿਆ, ਇੱਕ ਨੂੰ ਤੰਦੂਏ ਦਾ ਮਿਲਿਆ। ਜਿਹੜਾ ਤੰਦੂਆ ਸੀ ਉਹ ਜਲ ਵਿੱਚ ਰਹਿੰਦਾ ਸੀ, ਨਦੀ ਵਿੱਚ ਰਹਿੰਦਾ ਸੀ, ਤੇ ਹਾਥੀ ਜੰਗਲ ਵਿੱਚ ਰਹਿੰਦਾ ਸੀ। ਜਦੋਂ ਇਹ ਪਾਣੀ ਪੀਣ ਵਾਸਤੇ ਗਿਆ, ਤੰਦੂਏ ਨੇ ਆਪਣਾ ਪਿਛਲਾ ਵੈਰ ਚਿਤਾਰ ਕੇ ਤੇ ਇਹਨੂੰ ਆਪਣੀਆਂ ਤਾਰਾਂ ਵਿੱਚ ਜਕੜ ਲਿਆ। ਹਾਥੀ ਦੇ ਪੈਰਾਂ ਨੂੰ ਉਹਨੇ ਆਪਣੀਆਂ ਤਾਰਾਂ ਪਾ ਲਈਆਂ। ਜਦੋਂ ਉਹ ਖਿੱਚ ਕੇ ਡੂੰਘੇ ਪਾਣੀ ਵਿੱਚ ਲੈ ਗਿਆ ਤੇ ਸੰਗਤ ਜੀ ਉਸ ਵੇਲੇ ਹਾਥੀ ਨੇ ਰੁੜਿਆ ਆਉਂਦਾ ਫੁੱਲ ਸੁੰਡ ਨਾਲ ਚੁੱਕ ਕੇ ਪੁਕਾਰ ਕੀਤੀ ਤੇ ਵਾਹਿਗੁਰੂ ਨੇ ਇਹਦੀ ਸਹਾਇਤਾ ਕੀਤੀ। ਸੁਦਰਸ਼ਨ ਚੱਕਰ ਚਲਾ ਕੇ
ਤੰਦੂਏ ਦੀਆਂ ਤਾਰਾਂ ਕੱਟ ਕੇ ਹਾਥੀ ਨੂੰ ਬਚਾਉਣਾ ਕੀਤਾ। ਔਰ ਤੀਜੀ ਉਦਾਹਰਣ ਭਗਤ ਜੀ ਨੇ ਗਣਕਾ ਦੀ ਦਿੱਤੀ ਹੈ। ਗਣਕਾ ਕਹਿੰਦੇ ਨੇ ਜੀ ਵੇਸਵਾ ਨੂੰ। ਵੇਸਵਾ ਉਹ ਹੁੰਦੀ ਹੈ ਜਿਹਦਾ ਆਪਣੇ ਪਤੀ ਤੇ ਨਿਸ਼ਚਾ ਨਹੀਂ, ਜਿਹਦਾ ਆਪਣੇ ਪਤੀ ਤੇ ਭਰੋਸਾ ਨਹੀਂ, ਕਦੀ ਕਿਸੇ ਪੁਰਖ ਨਾਲ ਪਿਆਰ ਕਰਦੀ ਹੈ, ਕਦੀ ਕਿਸੇ ਪੁਰਖ ਨਾਲ ਪਿਆਰ ਕਰਦੀ ਹੈ। ਸੰਗਤ ਜੀ ਉਹਨੂੰ ਵੇਸਵਾ ਕਿਹਾ ਜਾਂਦਾ ਹੈ, ਉਹਨੂੰ ਗਣਕਾ ਵੀ ਕਹਿੰਦੇ ਨੇ। ਹੁਣ ਜਿਹੜੀ ਇਹ ਗਣਕਾ ਸੀ ਨਾ, ਇਹਨੇ ਵੀ ਬੜੇ ਮਾੜੇ ਕਰਮ ਕੀਤੇ ਸੀ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਅਚਾਨਚੱਕ ਹੀ ਇੱਕ ਮਹਾਤਮਾ ਇਹਦੀ ਡਿਉੜੀ ਵਿੱਚ ਆ ਕੇ ਖਲੋ ਗਿਆ। ਬਾਰਿਸ਼ ਹੋ ਰਹੀ ਸੀ ਔਰ ਇਸ ਗਣਕਾ ਨੇ ਉਸ ਮਹਾਤਮਾ ਦੀ ਸੇਵਾ ਕੀਤੀ, ਜਲ ਪਾਣੀ ਛਕਾਇਆ, ਪਰ ਮਹਾਤਮਾ ਨੇ ਛਕਿਆ ਤਾਂ ਨਾ, ਪਰ ਵਿਚਾਰਿਆ ਵੀ ਇਹਦੇ ਅੰਦਰ ਭਾਵਨਾ ਹੈ ਤੇ ਇਹਦਾ ਪਾਰ ਉਤਾਰਾ ਕਰਨਾ ਚਾਹੀਦਾ। ਸੰਗਤ ਜੀ ਉਸ ਵੇਲੇ ਮਹਾਤਮਾ ਨੇ ਹੱਥੋਂ ਦਿੱਤੋਸ ਤੋਤਾ, ਮਹਾਤਮਾ ਦੇ ਕੋਲ ਇੱਕ ਤੋਤਾ ਸੀ ਤੇ ਉਹ ਤੋਤਾ ਉਸ ਗਣਕਾ ਨੂੰ ਦੇ ਦਿੱਤਾ ਤੇ ਕਹਿਣ ਲੱਗੇ ਬੀਬੀ ਅੰਮ੍ਰਿਤ ਵੇਲੇ ਉੱਠ ਕੇ ਨਾ ਇਸ ਤੋਤੇ ਨੂੰ ਰਾਮ ਰਾਮ ਜਪਾਇਆ ਕਰ। ਸੰਗਤ ਜੀ ਉਹ ਬੀਬੀ ਨੇ ਨਿਯਮ ਬਣਾ ਲਿਆ, ਅੰਮ੍ਰਿਤ ਵੇਲੇ ਉੱਠਣਾ, ਉੱਠ ਕੇ ਤੇ ਉਹਨੇ ਇਸ਼ਨਾਨ ਕਰਕੇ ਤੇ ਤੋਤੇ ਨੂੰ ਕਹਿਣਾ ਗੰਗਾ ਰਾਮ ਬੋਲ ਰਾਮ ਰਾਮ। ਭਾਈ ਗੁਰਦਾਸ ਜੀ ਕਹਿੰਦੇ ਨੇ ਲਿਵ ਲਾਗੀ ਤਿਸ ਤੋਤਿਓ। ਸੰਗਤ ਜੀ ਉਹ ਗਣਕਾ, ਉਹ ਵੇਸਵਾ ਦੀ ਲਿਵ ਜਿਹੜੀ ਸੀ ਨਾ ਬਿਰਤੀ, ਉਹ ਤੋਤੇ ਨੂੰ ਪੜ੍ਹਾਉਣ ਕਰਕੇ ਵਾਹਿਗੁਰੂ ਨਾਲ ਜੁੜ ਗਈ। ਹੁਣ ਜਿਹੜਾ ਰਾਮ ਰਾਮ ਸੀ ਨਾ ਉਹਦੇ ਸਾਹ ਸਾਹ ਵਿੱਚ ਰਟ ਗਿਆ। ਹੁਣ ਉਹ ਕੇਵਲ ਤੋਤੇ ਨੂੰ ਹੀ ਰਾਮ ਰਾਮ ਨਹੀਂ ਪੜ੍ਹਾਉਂਦੀ, ਜਦੋਂ ਆਪਦੇ ਘਰ ਦਾ ਕਾਰੋਬਾਰ ਵੀ ਕਰਦੀ ਤੇ ਉਦੋਂ ਰਾਮ ਰਾਮ ਜਪਦੀ ਰਹਿੰਦੀ ਹੈ। ਪਰਪੱਕ ਹੋ ਗਿਆ ਨਾ ਜੀ ਸਿਮਰਨ। ਤੇ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਜਦੋਂ ਅੰਤ ਸਮਾਂ ਆਇਆ ਉਦੋਂ ਅੰਮ੍ਰਿਤ ਵੇਲੇ ਉੱਠੀ ਔਰ ਜਾ ਕਰਕੇ ਤੋਤੇ ਦੇ ਪਿੰਜਰੇ ਕੋਲ ਜਾ ਕੇ ਕਹਿਣ ਲੱਗੀ ਗੰਗਾ ਰਾਮ ਬੋਲ ਰਾਮ ਰਾਮ। ਪਰ ਉਹ ਬੋਲਿਆ ਨਹੀਂ। ਅੱਜ ਫਿਰ ਬੁਲਾਇਆ ਨਹੀਂ ਬੋਲਿਆ, ਫਿਰ ਬੁਲਾਇਆ ਨਹੀਂ ਬੋਲਿਆ। ਜਦੋਂ ਪਿੰਜਰਾ ਖੋਲ ਕੇ ਉਹਨੇ ਤੋਤੇ ਨੂੰ ਸੰਗਤ ਜੀ ਜਗਾਉਣ ਦਾ ਯਤਨ ਕੀਤਾ ਤੇ ਉੱਤੇ ਕਿਸੇ ਸੱਪ ਬੈਠਾ ਸੀ, ਜਿਹਨੇ ਪਹਿਲਾਂ ਤੋਤੇ ਨੂੰ ਡੰਗ ਮਾਰਿਆ ਤੇ ਮੁੜ ਕੇ ਉਹ ਵੇਸਵਾ ਨੂੰ ਮਾਰਿਆ ਤੇ ਉਹ ਵੇਸਵਾ ਦਾ ਉਧਾਰ ਹੋ ਗਿਆ। ਇਹ ਤਿੰਨ ਉਦਾਹਰਨਾਂ ਭਗਤ ਜੀ ਨੇ ਦਿੱਤੀਆਂ ਨੇ, ਅਜਾਮਲ ਦੀ, ਹਾਥੀ ਦੀ ਤੇ ਵੇਸਵਾ ਦੀ। ਪਤਿਤ ਕਰਮ ਕੀਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਨੇ ਪਤਿਤ ਬਹੁਤ ਮਾੜੇ, ਬਹੁਤ ਹੀ ਪਾਪ ਕਰਮ ਜਿਹੜੇ ਸੀ ਕੀਤੇ। ਤੇਉ ਉਤਰ ਪਾਰ ਭਰੇ। ਤੇਉ ਉਹ ਅਜਾਮਲ, ਗਾਜ ਤੇ ਗਣਕਾ ਉੱਤਰ ਪਾਰ ਪਰੇ। ਸੰਗਤ ਜੀ ਉਹ ਸੰਸਾਰ ਸਮੁੰਦਰ ਦੇ, ਇਸ ਸੰਸਾਰ ਸਮੁੰਦਰ ਤੋਂ ਉੱਤਰ ਕੇ ਪਾਰਲੇ ਪਾਸੇ ਜਾ ਪਏ। ਰਾਮ ਨਾਮ ਲੀਨੇ। ਰਮੇ ਹੋਏ ਰਾਮ ਪਰਮੇਸ਼ਰ ਦਾ ਨਾਮ ਲੈਣ ਕਰਕੇ ਨਾ ਜੀ ਉਹਨਾਂ ਦਾ ਉਧਾਰ ਹੋ ਗਿਆ। ਸੁਕਰ ਕੁਕਰ ਜੋਨ ਭ੍ਰਮੇ। ਇੱਥੋਂ ਤੀਕਰ ਭਗਤ ਜੀ ਨੇ ਬੜੇ ਪਿਆਰ ਨਾਲ ਉਸ ਪ੍ਰਾਣੀ ਨੂੰ ਸਿੱਖਿਆ ਦਿੱਤੀ। ਜਦੋਂ ਉਹਦੇ ਤੇ ਅਸਰ ਨਾ ਹੋਇਆ ਜੀ, ਫਿਰ ਭਗਤ ਜੀ ਕੋਈ ਬੀਰ ਰਸ ਵਿੱਚ ਆ ਗਏ, ਕਹਿਣ ਲੱਗੇ ਉਹ ਭਲਿਆ ਸੂਕਰ ਕੂਕਰ ਜੋਨ ਭ੍ਰਮੇ। ਭਗਤ ਜੀ ਕਹਿੰਦੇ ਵੇਖ ਤੂੰ ਪਹਿਲਾਂ ਸੂਰ ਦੀ ਜੂਨ ਵਿੱਚੋਂ ਭਰਮਦਾ ਆਇਆ, ਫਿਰ ਕੁੱਤੇ ਦੀ ਜੂਨ ਵਿੱਚੋਂ ਭਰਮਦਾ ਆਇਆ, ਇਉਂ ਵੱਖ ਵੱਖ ਟੇਢੀਆਂ ਜੂਨਾਂ ਵਿੱਚੋਂ ਹੋ ਕੇ ਤੂੰ ਆਇਆ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਕ ਜੋਇਓ, ਮਿਲ ਜਗਦੀਸ਼ ਮਿਲਣ ਕੀ ਭਰੀਆ, ਚਿਰੰਕਾਲੇ ਦੇ ਸੰਜਰੀਆ। ਸੰਗਤ ਜੀ, ਅਸੀਂ ਇੱਕ ਨਹੀਂ, ਸਤਿਗੁਰੂ ਜੀ ਕਹਿੰਦੇ ਨੇ ਕਈ ਕਈ ਜਨਮ ਇਹਨਾਂ ਜੂਨਾਂ ਦੇ ਵਿੱਚ ਭਟਕਦੇ ਰਹੇ ਹਾਂ, ਤੇ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਨਾ ਸਮਾਂ ਦਿੱਤਾ ਹੈ ਕਿ ਤੂੰ ਅਜੇ ਵੀ ਸੁਧਰ ਜਾ, ਸਿਮਰਨ ਕਰਕੇ ਅਜੇ ਵੀ ਆਪਣੇ ਆਪ ਨੂੰ ਸੁਧਾਰ ਲੈ, ਤੇ ਜੇ ਹੁਣ ਵੀ ਨਾ ਸੁਧਾਰਿਆ ਤੇ ਫਿਰ 84 ਤੇ ਅੱਗੇ ਹੈਗੀ। ਭਗਤ ਜੀ ਕਹਿੰਦੇ, ਵੇਖ ਮਿੱਤਰਾ, ਤੂੰ ਸੂਰ ਦੀ ਜੂਨ ਵਿੱਚ ਭਟਕਿਓ, ਕੂਕਰ ਕੁੱਤੇ ਦੀ ਜੂਨ ਵਿੱਚ ਭਟਕਿਓ, ਇਹਨਾਂ ਜੂਨਾਂ ਦੇ ਵਿੱਚ ਤੂੰ ਭਰਮਦਾ ਰਿਹਾ, ਤਉ ਲਾਜ ਨਾ ਆਈ। ਹੁਣ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਹੁਣ ਤੂੰ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕਰਦਾ, ਤੈਨੂੰ ਸ਼ਰਮ ਨਹੀਂ ਆਉਂਦੀ। ਰਾਮ ਨਾਮ ਛਾੜ ਅੰਮ੍ਰਿਤ, ਰਮੇ ਹੋਏ ਰਾਮ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਛੱਡ ਕੇ ਕਾਹੇ ਬਿਖ ਖਾਈ। ਕਾਦੇ ਵਾਸਤੇ ਭਾਈ ਵਿਕਾਰਾਂ ਦੀ ਜ਼ਹਿਰ ਖਾ ਰਿਆ। ਤਜ ਭਰਮ ਕਰਮ ਬਿਦਨ ਖੇਦ। ਭਗਤ ਜੀ ਕਹਿੰਦੇ ਨੇ, ਐ ਭਾਈ ਤਜ ਭਰਮ ਕਰਮ ਬਿਦ ਨਖੇਦ। ਇੱਕ ਤਾਂ ਭਰਮ ਦਾ ਤਿਆਗ ਕਰ, ਇੱਕ ਜਿਹੜੇ ਵਿਧੀ ਤੇ ਨਖੇਦ ਕਰਮ ਨੇ ਨਾ, ਜਿਹੜੇ ਤੇਰੇ ਅੰਦਰ ਭਰਮ ਪੈਦਾ ਕਰਦੇ ਨੇ, ਇਹਨਾਂ ਦਾ ਤਿਆਗ ਕਰ ਦੇ। ਸੰਗਤ ਜੀ, ਕੋਈ ਕਰਮ ਐਸੇ ਨੇ ਜਿਨ੍ਹਾਂ ਨੂੰ ਸ਼ਾਸਤਰ ਆਗਿਆ ਦਿੰਦਾ ਹੈ ਵੀ ਇਹ ਕਰਮ ਕਰਨੇ ਚਾਹੀਦੇ ਨੇ, ਕੁਝ ਨਖੇਦ ਕਰਮ ਨੇ ਜਿਨ੍ਹਾਂ ਨੂੰ ਸ਼ਾਸਤਰ ਮਨਾਹੀ ਕਰਦਾ ਹੈ ਵੀ ਇਹ ਕਰਮ ਨਹੀਂ ਕਰਨੇ ਚਾਹੀਦੇ। ਪਰ ਹੁਣ ਇੱਥੇ ਆ ਕੇ ਦੋਵੇਂ ਜਿਹੜੇ ਨਾ ਭਰਮ ਪੈਦਾ ਕਰ ਦਿੰਦੇ ਨੇ ਵੀ ਆਹ ਕਰਮ ਚੰਗੇ ਨੇ, ਕਰਾਂ ਕਿ ਨਾ ਕਰਾਂ, ਇਹ ਕਰਮ ਮਾੜੇ ਨੇ, ਕਰਾਂ ਕਿ ਨਾ ਕਰਾਂ। ਤੇ ਭਗਤ ਜੀ ਕਹਿੰਦੇ ਇਹਨਾਂ ਦੋਹਾਂ ਦਾ ਹੀ ਤਿਆਗ ਕਰਦੇ, ਜਿਹੜੇ ਵਿਧੀ ਪੂਰਵਕ ਸਾਹਿਤ ਕੀਤੇ ਜਾਂਦੇ ਉਹਨਾਂ ਦਾ ਵੀ ਤਿਆਗ ਕਰਦੇ, ਤੇ ਜਿਹੜੇ ਨਖੇਦ ਕਰਮ ਨੇ ਨਾ, ਜਿਨ੍ਹਾਂ ਦਾ ਕੋਈ ਫਲ ਹੀ ਨਹੀਂ, ਉਹ ਵੀ ਤੂੰ ਤਿਆਗ ਦੇ। ਰਾਮ ਨਾਮ ਲੇਹੀ। ਪੁੱਛਿਆ ਜੀ, ਫਿਰ ਮੈਂ ਕੀ ਕਰਿਆ ਕਰਾਂ? ਹੁਣ ਜੇ ਵਿਧੀ ਪੂਰਵਕ ਕਰਮ ਜਿਹੜੇ ਉਹ ਵੀ ਨਾ ਕਰਾਂ, ਜਿਹੜੇ ਨਸ਼ੇਦ ਕਰਮ ਨੇ ਉਹ ਵੀ ਨਾ ਕਰਾਂ, ਤੇ ਭਗਤ ਜੀ ਮੈਂ ਕੀ ਕਰਿਆ ਕਰਾਂ? ਭਗਤ ਜੀ ਕਹਿੰਦੇ, ਤੂੰ ਮਿੱਤਰਾ ਰਾਮ ਨਾਮ ਲੈ ਹੀ, ਤੂੰ ਰਮੇ ਹੋਏ ਰਾਮ ਪਰਮੇਸ਼ਰ ਦਾ ਨਾਮ ਲਿਆ ਕਰ। ਔਰ ਜਿਨ੍ਹਾਂ ਨੇ ਨਾਮ ਜਪਿਆ, ਸਿਮਰਨ ਭਜਨ ਕੀਤਾ, ਸੰਗਤ ਜੀ, ਉਹਨਾਂ ਨੂੰ ਇਹ ਸਾਰੇ ਕਰਮ ਵਿੱਚ ਹੀ ਪ੍ਰਾਪਤ ਹੋ ਜਾਂਦੇ ਨੇ। ਗੁਰ ਪ੍ਰਸਾਦ ਜਨ ਕਬੀਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਦਾਸ ਨੇ ਗੁਰੂ ਦੀ ਕਿਰਪਾ ਨਾਲ ਰਾਮ ਕਰ ਸਨੇਹੀ। ਭਾਈ ਮੈਂ ਤਾਂ ਰਮੇ ਹੋਏ ਰਾਮ ਨੂੰ ਆਪਣਾ ਸਨੇਹੀ ਬਣਾ ਲਿਆ ਹੈ, ਆਪਣਾ ਪਿਆਰਾ ਬਣਾ ਲਿਆ ਹੈ, ਆਪਣਾ ਮਿੱਤਰ ਬਣਾ ਲਿਆ ਹੈ, ਤੇ ਤੂੰ ਵੀ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਉਸ ਰਮੇ ਹੋਏ ਰਾਮ ਪਰਮੇਸ਼ਰ ਨੂੰ ਆਪਣਾ ਸਨੇਹੀ ਬਣਾ। ਅਸਲ ਦੇ ਵਿੱਚ ਸਨੇਹੀ ਉਹੀ ਹੈ ਸੰਗਤ ਜੀ, ਜਿਹੜਾ ਅੰਤ ਨੂੰ ਬਾਂਹ ਫੜਦਾ ਹੈ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਤਾ ਲੇਖਾ ਮੰਗੀਆ ਤਿੱਥੇ ਖੜੇ ਦਸਨ। ਉਹ ਸੱਜਣ ਹੈ ਜਿਹੜੇ ਅਸੀਂ ਦੁੜਿਆਵੀ ਸੱਜਣ ਮੰਨਦੇ ਹਾਂ ਨਾ, ਇਹਨਾਂ ਨੇ ਤੇ ਛੱਡ ਕੇ ਪਾਸੇ ਹੋ ਜਾਣਾ, ਇਹਨਾਂ ਚੋਂ ਕਿਸੇ ਨੇ ਸਾਡੀ ਸਹਾਇਤਾ ਨਹੀਂ ਕਰਨੀ। ਇਹ ਭਗਤ ਜੀ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਵਿੱਚ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਆਪਾਂ ਟੇਢੀਆਂ ਜੂਨਾਂ ਦਾ ਭਰਮਣ ਕਰਕੇ ਮਨੁੱਖਾ ਦੇਹੀ ਵਿੱਚ ਆਏ ਹਾਂ, ਪਰ ਅਜੇ ਉਹ ਜਿਹੜੇ ਸਾਡੇ ਕੀਤੇ ਹੋਏ ਕਰਮ ਨੇ ਨਾ ਜੀ, ਜਿਹੜੀਆਂ ਜੂਨਾਂ ਅਸੀਂ ਭੁਗਤ ਕੇ ਆਏ, ਉਹ ਸਾਡੇ ਮਿੱਤਰ ਜਿਹੜੇ ਨੇ ਅਜੇ ਵੀ ਸਾਡੇ ਅੰਦਰ ਬੈਠੇ ਨੇ। ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਕਿਹਾ ਕਰਦੇ ਸੀ ਵੀ ਇਹ ਜਿਹੜੇ ਜਾਨਵਰ ਨੇ ਨਾ, ਇਹ ਸਾਡੇ ਮਿੱਤਰ ਨੇ, ਕਿਉਂਕਿ ਇਹਨਾਂ ਨਾਲ ਸਾਡੀ ਮਿੱਤਰਤਾ ਹੀ ਹੈ ਪੁਰਾਣੀ।
ਅਸੀਂ ਪਹਿਲਾਂ ਇਹਨਾਂ ਦੂਨਾਂ ਦੇ ਵਿੱਚੋਂ ਲੰਘ ਕੇ ਆਏ ਤੇ ਉਹਨਾਂ ਦੇ ਸੰਸਕਾਰ ਅਜੇ ਵੀ ਸਾਡੇ ਅੰਦਰ ਨੇ, ਤੇ ਆਪਾਂ ਹੁਣ ਉਹ ਸੰਸਕਾਰ ਜਿਹੜੇ ਨੇ ਨਾ ਉਹ ਰਾਮ ਨਾਮ ਨਾਲ, ਵਾਹਿਗੁਰੂ ਦੇ ਨਾਮ ਨਾਲ ਜੁੜ ਕਰਕੇ ਮਿਟਾਉਣੇ ਨੇ। ਇਹ ਭਗਤ ਜੀ ਨੇ ਸਾਨੂੰ ਉਪਦੇਸ਼ ਦਿੱਤਾ। ਆਓ ਚੱਲ ਰਹੀ ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗ ਬਿਲਾਵਲ ਦੇ ਵਿੱਚ ਭਗਤ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ। ਆਓ ਪਿਆਰ ਸਹਿ ਸਰਵਣ ਕਰੀਏ ਜੀ। ਬਿਲਾਵਲ ਗ੍ਰਹਿ ਤਜ ਬਨ ਖੰਡ ਜਾਈਆ। ਭਗਤ ਕਬੀਰ ਸਾਹਿਬ ਜੀ ਦੇ ਕੋਲ ਇੱਕ ਬਾਣ ਪ੍ਰਸਤੀ ਆ ਗਿਆ। ਬਾਣ ਪ੍ਰਸਤੀ ਉਹਨੂੰ ਕਹਿੰਦੇ ਜੀ ਜਿਹੜਾ ਜੰਗਲਾਂ ਵਿੱਚ ਭਰਮਦਾ ਹੈ, ਕਿਉਂਕਿ 4 ਆਸ਼ਰਮ ਨੇ। ਇਹਨਾਂ 4 ਆਸ਼ਰਮਾਂ ਦੇ ਵਿੱਚੋਂ ਇੱਕ ਬਾਣ ਪ੍ਰਸਤੀ ਆਸ਼ਰਮ ਵੀ ਹੈ। ਗ੍ਰਹਿਸਥ ਨੂੰ ਘਰ-ਬਾਰ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਭਰਮਣ ਕਰਨਾ। ਉਹਨੇ ਆ ਕੇ ਬੇਨਤੀ ਕੀਤੀ, ਕਹਿਣ ਲੱਗਾ, ਭਗਤ ਜੀ ਤੁਹਾਡੀ ਘਰਵਾਲੀ ਹੈ, ਤੁਹਾਡੇ ਬੱਚੇ ਨੇ ਕਮਾਲਾ ਤੇ ਕਮਾਲੀ, ਤੇ ਪਰਿਵਾਰ ਵਿੱਚ ਰਹਿ ਕੇ ਤਾਂ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਜਿਹੜੀ ਸਾਡੀ ਪੁਰਾਣੀ ਸਭਿਅਤਾ ਸੀ ਨਾ ਜੀ, ਉਹਨਾਂ ਨੇ ਬਹੁਤਾ ਜ਼ੋਰ ਜਿਹੜਾ ਸੀ ਉਹ ਸੰਨਿਆਸ ਤੇ ਦਿੱਤਾ ਵੀ ਸੰਨਿਆਸ ਧਾਰਨ ਕਰਕੇ ਬੱਚਿਆਂ ਦਾ, ਪਰਿਵਾਰ ਦਾ, ਘਰ-ਬਾਰ ਦਾ ਮੋਹ ਛੱਡ ਕੇ ਸੰਨਿਆਸ ਧਾਰਨ ਕਰਕੇ ਹੀ ਰੱਬ ਮਿਲਦਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਹਦਾ ਖੰਡਨ ਕੀਤਾ। ਸਤਿਗੁਰੂ ਜੀ ਕਹਿਣ ਲੱਗੇ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਧੀਆਂ ਪੁੱਤਰਾਂ ਦੇ ਵਿੱਚ ਰਹਿ ਕਰਕੇ ਹੀ ਭਾਈ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਤੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਹੁਣ ਜਦੋਂ ਉਹਨੇ ਇਹ ਗੱਲ ਕਹੀ, ਬਾਣ ਪ੍ਰਸਤੀ ਨੇ ਕਹਿਣ ਲੱਗਾ, ਭਗਤ ਜੀ ਤੁਸੀਂ ਪਰਿਵਾਰ ਵਿੱਚ ਰਹਿੰਦੇ ਹੋ, ਤੁਹਾਡੀ ਔਰਤ ਹੈ, ਬੱਚੇ ਨੇ, ਤੁਹਾਨੂੰ ਇਸ ਤਰ੍ਹਾਂ ਰੱਬ ਦੀ ਪ੍ਰਾਪਤੀ ਨਹੀਂ ਹੋਣੀ, ਜਿੰਨਾ ਮਰਜ਼ੀ ਨਾਮ ਜਪੀ ਜਾਓ। ਤੇ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਵਿੱਚ ਉਸ ਬਾਣ ਪ੍ਰਸਤੀ ਨੂੰ ਉਪਦੇਸ਼ ਦਿੰਦੇ ਨੇ, ਗ੍ਰਹਿ ਤਜ ਬਨ ਖੰਡ ਜਾਈਏ। ਭਗਤ ਜੀ ਕਹਿੰਦੇ, ਐ ਬਾਣ ਪ੍ਰਸਤੀ ਜੀ, ਘਰ, ਬੱਚੇ, ਪਰਿਵਾਰ, ਗ੍ਰਹਿਸਥ ਨੂੰ ਛੱਡ ਕੇ ਤੇ ਬਾਣ ਨਾਮ ਜੰਗਲ ਦਾ ਹੈ। ਜੰਗਲ ਦੇ ਕਿਸੇ ਖੰਡ ਟੁਕੜੇ ਵਿੱਚ ਚਲੇ ਜਾਈਏ, ਕਿਸੇ ਹਿੱਸੇ ਵਿੱਚ ਚਲੇ ਜਾਈਏ। ਚੁਨ ਖਾਈਆ ਕੰਦਾ। ਹੁਣ ਜੰਗਲ ਦੇ ਵਿੱਚ ਸੰਗਤ ਜੀ ਉੱਥੇ ਕਿਤੇ ਪ੍ਰਸ਼ਾਦਾ ਮਿਲਣਾ ਹੈ, ਉੱਥੇ ਰੋਟੀ ਤਾਂ ਮਿਲਣੀ ਨਹੀਂ। ਉੱਥੇ ਤੇ ਫਿਰ ਉਹ ਕੰਦ ਮੂਲ ਜਿਹੜੇ ਫੁੱਲ ਫਲ ਆਦਿਕ ਨੇ ਉਹਨਾਂ ਨੂੰ ਖਾ ਕੇ ਗੁਜ਼ਾਰਾ ਕਰੀਏ। ਅਜ ਹੋ ਬੇਕਾਰ ਨਾ ਛੋੜਈ। ਪਰ ਭਗਤ ਜੀ ਸੰਗਤ ਜੀ ਦਿਵ ਦ੍ਰਿਸ਼ਟੀ ਵਾਲੇ ਸਨ। ਉਹਨਾਂ ਨੇ ਵੇਖਿਆ ਵੀ ਬਾੜ ਪ੍ਰਸਤੀ ਤਾਂ ਹੈ ਵਿਚਾਰਾ ਜੰਗਲਾਂ ਦੇ ਵਿੱਚ ਭਰਮਣ ਕਰਦਾ ਫਿਰਦਾ ਹੈ, ਪਰ ਮਨ ਜਿਹੜਾ ਇਹਦਾ ਵਕਾਰੀ ਹੈ। ਹੁਣ ਭਗਤ ਜੀ ਕਹਿਣ ਲੱਗੇ, ਮਿੱਤਰਾ ਅਜ ਉਹ ਬੇਕਾਰ ਨਾ ਛੋੜਈ। ਇਹ ਜਿਹੜਾ ਮਨ ਹੈ ਨਾ, ਇਹ ਜੰਗਲ ਦੇ ਕਿਸੇ ਹਿੱਸੇ ਵਿੱਚ ਜਾ ਕੇ ਕੰਦ ਮੂਲ ਖਾ ਕੇ ਵੀ ਤੇ ਅਜੇ ਵਿਕਾਰਾਂ ਦਾ ਖਹਿੜਾ ਨਹੀਂ ਛੱਡਦਾ। ਜੰਗਲ ਦੇ ਕਿਸੇ ਹਿੱਸੇ ਵਿੱਚ ਜਾ ਕੇ ਰਹਿ ਕੇ ਉੱਤੇ ਕੰਦ ਮੂਲ ਖਾ ਕੇ ਵੀ ਇਹਦੇ ਮਨ ਵਿੱਚ ਵਿਕਾਰ ਫੁਰਦੇ ਨੇ, ਵਿਕਾਰੀ ਹੈ। ਇਸ ਕਰਕੇ ਪਾਪੀ ਮਨ ਮੰਦਾ। ਭਗਤ ਜੀ ਕਹਿੰਦੇ ਇਹ ਜਿਹੜਾ ਮੰਦੇ ਫੁਰਨੇ ਚਿਤਵਣ ਵਾਲਾ ਹੈ ਨਾ, ਪਾਪੀ ਮਨ, ਇਹ ਭਾਵੇਂ ਘਰ-ਬਾਰ ਛੱਡ ਦਿਓ, ਜੰਗਲਾਂ ਵਿੱਚ ਚਲੇ ਜਾਓ, ਪਰ ਇਹ ਆਪਦੀ ਵਾਚਨਾ, ਆਪਣੇ ਫੁਰਨੇ ਜਿਹੜੇ ਵਿਕਾਰਾਂ ਦੇ ਨੇ ਉਹ ਤਿਆਗਦਾ ਨਹੀਂ। ਇਸੇ ਕਰਕੇ ਹੀ ਸਤਿਗੁਰਾਂ ਨੇ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ, ਰੇ ਮਨ
ਐਸੋ ਕਰ ਸੰਨਿਆਸਾ, ਬਣ ਸੇ ਸਦਨ ਸਭੈ ਕਰ ਸਮਝੋ, ਬਣ ਹੀ ਮਾਹੇ ਉਦਾਸਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਐਸਾ ਸੰਨਿਆਸ ਧਾਰਨ ਕਰੋ ਕਿ ਆਪਣੇ ਘਰ ਨੂੰ ਹੀ ਜੰਗਲ ਸਮਝ ਲਓ। ਬਣ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਤੇ ਮਨ ਹੀ ਮਨ ਵਿੱਚ ਉਦਾਸ ਰਹਿਣਾ, ਉਦਾਸੀ ਧਾਰਨ ਕਰਨੀ, ਇਹੀ ਸੰਨਿਆਸ ਹੈ। ਸਤਿਗੁਰਾਂ ਨੇ ਇਸੇ ਕਰਕੇ ਹੀ ਸਿੱਖ ਨੂੰ ਉਪਦੇਸ਼ ਦਿੱਤਾ ਹੈ ਕਿ ਭਾਈ ਗ੍ਰਹਿਸਥ ਤੋਂ ਬਗੈਰ ਨਹੀਂ ਰਹਿਣਾ। ਵਿਆਹ ਸ਼ਾਦੀ ਜ਼ਰੂਰ ਕਰਾਉਣੀ ਹੈ, ਔਰ ਜਿਸ ਨਾਲ ਸ਼ਾਦੀ ਹੋਈ ਹੈ ਉਹਨੂੰ ਆਪਣੀ ਅਰਧੰਗੀ ਸਮਝਣਾ, ਆਪਣੀ ਔਰਤ ਸਮਝਣਾ ਹੈ। ਤੇ ਜਿਵੇਂ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਨਾ, ਵੇਗ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਪਰ ਔਰਤਾਂ ਨੂੰ ਮਾਵਾਂ ਭੈਣਾਂ ਤੇ ਧੀਆਂ ਕਰਕੇ ਜਾਣਨਾ ਹੈ। ਮਾਂ ਕਿੱਡੀ ਵੀ ਸੋਹਣੀ ਹੋਵੇ ਨਾ ਜੀ, ਤੇ ਪੁੱਤਰ ਦਾ ਚਿੱਤ ਜਿਹੜਾ ਮਾਂ ਦੇ ਉੱਤੇ ਲੁਭਾਇਮਾਨ ਨਹੀਂ ਹੁੰਦਾ।